गुड मॉर्निंग बेटा। अज का जोड़ा अपना है पाठ तीजा पवित्र नदी गंगा। इस पाठ च आपां जिहड़ी गंगा नदी है ना, पवित्र नदी, उहदे बारे विस्तार च जानकारी प्राप्त करांगे ते पानी की वरतों ते इसनूं प्रदूषित ना कीते जाण प्रति सुचेत भी करांगे। हाँ जी, पंजाबी दे अध्यापका जी 6वीं जमात विच आए। सब विद्यार्थियों ने खड़े होकर उन्हां दा स्वागत किया। मैडम ਦੇ ਚਿਹਰੇ ਤੋਂ ਨਜ਼ਰ ਆ ਰਿਹਾ ਸੀ ਕਿ ਉਹ ਕੁਝ ਦੱਸਣਾ ਚਾਹੁੰਦੇ ਹਨ। ਮੈਡਮ ਅਕਸਰ ਵਿਦਿਆਰਥੀਆਂ ਨੂੰ ਸਿਲੇਬਸ ਦੀਆਂ ਕਿਤਾਬਾਂ ਦੇ ਨਾਲ-ਨਾਲ ਆਮ ਜਾਣਕਾਰੀ ਦੀਆਂ ਗੱਲਾਂ ਵੀ ਦੱਸਦੇ ਰਹਿੰਦੇ ਸਨ। ਇਸ ਤੋਂ ਪਹਿਲਾਂ ਕਿ ਵਿਦਿਆਰਥੀ ਕੋਈ ਪ੍ਰਸ਼ਨ ਪੁੱਛਦੇ, ਮੈਡਮ ਖੁਦ ਹੀ ਦਾ ਮਤਲਬ ਹੁੰਦਾ ਆਪ ਹੀ ਬੋਲੇ, ਬੱਚਿਓ ਅੱਜ ਮੈਂ ਤੁਹਾਨੂੰ ਗੰਗਾ ਨਦੀ ਕਿਵੇਂ ਧਰਤੀ 'ਤੇ ਕਿਵੇਂ ਆਈ ਬਾਰੇ ਦੱਸਾਂਗੀ। मैडम जी कोलों एक नवीं ही गल बारे सुनन लई सब बच्चे चुकन्ने हुंदा सुचेत हो गए। एक बच्चा बोलिया, मैडम जी गंगा तां हरिद्वार विखे वगदी है। मेरे पापा अक्सर गंगा दा इशनान करन हरिद्वार जांदे रहंदे हन। बिल्कुल ठीक, राहुल ने बिल्कुल ठीक दस्सिया है कि गंगा हरिद्वार विखे वगदी है। इस विच इशनान करना शुभ मन्निया जांदा है। पर मैं अज तुहानूं दसांगी कि गंगा, जिसनूं गंगा माता भी कहा जाता है, धरती ते किवें आई। मैडम ने गल नूं अगे तोरदियां आख्या। सब बच्चे चुप करके बैठ गए। असल विच ਇਹ ਉਹਨਾਂ ਲਈ बिल्कुल नवीं गल सी। ਬੱਚਿਓ ਕਹਿੰਦੇ ਹਨ ਕਿ ਗੰਗਾ ब्रह्मा जी ਦੇ ਕਰਮੰਡਲ, ਇਹ ਹੁੰਦਾ ਡੋਲੂ, ਕੋਈ ਚੀਜ਼ ਪਾਉਣ ਵਾਸਤੇ ਜਿਹੜਾ ਬਰਤਨ, ਛੋਟਾ ਬਰਤਨ ਵਗੈਰਾ ਲਿਆ ਜਾਂਦਾ ਹੈ, ਵਿੱਚ ਵੱਜੀ ਹੋਈ ਸੀ। ਬ੍ਰਹਮਾ ਜੀ ਇਸ ਨੂੰ ਇਸ ਕਰਕੇ ਧਰਤੀ 'ਤੇ ਨਹੀਂ ਸਨ ਛੱਡ ਰਹੇ ਕਿਉਂਕਿ ਉਹਨਾਂ ਨੂੰ ਪਤਾ ਸੀ ਕਿ ਧਰਤੀ ਦੇ ਲੋਕ ਉਸ ਦੀ ਦੇਖਭਾਲ ਨਹੀਂ ਕਰ ਸਕਦੇ। ਮੈਡਮ ਜੀ ਫਿਰ ਗੰਗਾ ਧਰਤੀ 'ਤੇ ਕਿਵੇਂ ਆਈ? ਅਨੁਰਾਧਾ ਨੇ ਕਾਹਲੀ ਪੈਂਦਿਆਂ ਸਵਾਲ ਹੁੰਦਾ ਪ੍ਰਸ਼ਨ ਕੀਤਾ। ਬੱਚਿਓ ਮੈਂ ਇਹੀ ਦੱਸਣ ਲੱਗੀ ਹਾਂ। ਕਹਿੰਦੇ ਹਨ ਭਗੀਰਥ ਨਾਂ ਦਾ ਇੱਕ ਰਾਜਾ ਸੀ। ਉਹ ਇੱਕ ਬਹੁਤ ਹੀ ਧਰਮੀ ਹੁੰਦਾ, ਧਰਮ ਦੇ ਰਾਹ 'ਤੇ ਚੱਲਣ ਵਾਲਾ ਰਾਜਾ ਸੀ। ਉਸਨੂੰ ਉਸਦੇ ਪਿਤਾ ਜੀ ਨੇ ਦੱਸਿਆ ਸੀ ਕਿ ਗੰਗਾ ਬ੍ਰਹਮਾ ਜੀ ਦੇ ਕਰਮੰਡਲ ਵਿੱਚ ਹੈ। ਇਸ ਨੂੰ ਧਰਤੀ 'ਤੇ ਲਿਆਂਦਾ ਜਾ ਸਕਦਾ ਹੈ। ਇਸ ਵਾਸਤੇ ਕੜੀ ਤਪੱਸਿਆ ਦਾ ਮਤਲਬ ਹੁੰਦਾ ਹੈ ਸਖਤ ਭਗਤੀ ਕਰਨ ਦੀ ਲੋੜ ਹੈ ਤਾਂ ਜੋ ਤਪੱਸਿਆ ਤੋਂ ਖੁਸ਼ ਹੋ ਕੇ ਬ੍ਰਹਮਾ ਜੀ ਇਸ ਨੂੰ ਧਰਤੀ 'ਤੇ ਭੇਜ ਦੇਣ। ਭਗੀਰਥ ਉਸ ਵੇਲੇ ਬੱਚਾ ਹੀ ਸੀ। ਬਚਪਨ ਵਿੱਚ ਪਿਤਾ ਦੀ ਆਖੀ ਗੱਲ ਉਸਨੂੰ ਯਾਦ ਸੀ। ਜਦੋਂ ਭਗੀਰਥ ਅਯੋਧਿਆ ਦਾ ਰਾਜਾ ਬਣਿਆ, ਉਹ ਗੰਗਾ ਨੂੰ ਧਰਤੀ 'ਤੇ ਲਿਆਉਣ ਲਈ ਤਪੱਸਿਆ ਕਰਨ ਲੱਗਿਆ। ਉਸ ਦੀ ਤਪੱਸਿਆ ਤੋਂ ਖੁਸ਼ ਹੋ ਕੇ ਬ੍ਰਹਮਾ ਜੀ ਪ੍ਰਗਟ ਹੋ ਕੇ ਬੋਲੇ, ਰਾਜਨ ਮੈਂ ਤੁਹਾਡੀ ਤਪੱਸਿਆ ਤੋਂ ਬਹੁਤ ਖੁਸ਼ ਹਾਂ, ਮੰਗੋ ਜੋ ਤੁਸੀਂ ਮੰਗਣਾ ਚਾਹੁੰਦੇ ਹੋ। ਭਗੀਰਥ ਨੇ ਬ੍ਰਹਮਾ ਜੀ ਅੱਗੇ ਹੱਥ ਜੋੜ ਕੇ ਧਰਤੀ 'ਤੇ ਗੰਗਾ ਨੂੰ ਲਿਆਉਣ ਦੀ ਬੇਨਤੀ ਕਰ ਦਿੱਤੀ। ਬ੍ਰਹਮਾ ਜੀ ਹੱਸ ਕੇ ਬੋਲੇ, ਰਾਜਾ ਭਗੀਰਥ ਮੈਂ ਗੰਗਾ ਨੂੰ ਧਰਤੀ 'ਤੇ ਭੇਜਣ ਲਈ ਤਿਆਰ ਹਾਂ, ਪਰ ਇਸ ਨੂੰ ਸਾਂਭੇਗਾ ਕੌਣ? ਰਾਜੇ ਭਗੀਰਥ ਨੇ ਕਿਹਾ, ਮਹਾਰਾਜ ਤੁਸੀਂ ਆਪ ਹੀ ਦੱਸੋ ਗੰਗਾ ਨੂੰ ਕੌਣ ਸੰਭਾਲ ਸਕਦਾ ਹੈ? ਗੰਗਾ ਨੂੰ ਸਿਰਫ ਸ਼ਿਵ ਜੀ ਹੀ ਸੰਭਾਲ ਸਕਦੇ ਹਨ। ਸ਼ਿਵ ਭੋਲੇ ਨੂੰ ਮਨਾਉਣ ਲਈ ਤੁਹਾਨੂੰ ਉਹਨਾਂ ਨੂੰ ਖੁਸ਼ ਕਰਨਾ ਪਵੇਗਾ। ਸ਼ਿਵ ਜੀ ਸਿਰਫ ਭਗਤਾਂ ਦੀ ਭਗਤੀ ਅਰਥਾਤ ਤਪੱਸਿਆ ਤੋਂ ਹੀ ਖੁਸ਼ ਹੋ ਸਕਦੇ ਹਨ। ਇੰਨੀ ਕਹਿ ਕੇ ਬ੍ਰਹਮਾ ਜੀ ਅਲੋਪ ਹੁੰਦਾ ਗਾਇਬ ਹੋ ਗਏ। ਉਸ ਵੇਲੇ ਭਗੀਰਥ ਸ਼ਿਵ ਭੋਲੇ ਨੂੰ ਖੁਸ਼ ਕਰਨ ਲਈ ਤਪੱਸਿਆ ਕਰਨ ਬੈਠ ਗਏ। ਉਹਨਾਂ ਨੇ ਸ਼ਿਵ ਭੋਲੇ ਨੂੰ ਖੁਸ਼ ਕਰਨ ਲਈ ਦਿਨ ਰਾਤ ਇੱਕ ਮਤਲਬ ਸਖਤ ਮਿਹਨਤ ਦਿਨ ਰਾਤ ਇੱਕ ਕਰ ਦਿੱਤਾ। ਉਹ ਕਈ ਸਾਲ ਤਪੱਸਿਆ ਵਿੱਚ ਲੱਗੇ ਰਹੇ। ਆਖਿਰ ਵਿੱਚ ਭਗੀਰਥ ਦੀ ਤਪੱਸਿਆ ਤੋਂ ਖੁਸ਼ ਹੋ ਕੇ ਸ਼ਿਵ ਜੀ ਨੂੰ ਪ੍ਰਗਟ ਹੋਣਾ ਭਾਵ ਸਾਹਮਣੇ ਆਉਣਾ ਪਿਆ। ਭਗੀਰਥ ਨੇ ਸ਼ਿਵ ਜੀ ਅੱਗੇ ਵੀ ਆਪਣੀ ਫਰਿਆਦ ਹੁੰਦਾ ਬੇਨਤੀ ਕਰ ਦਿੱਤੀ। ਸ਼ਿਵ ਭੋਲੇ ਗੰਗਾ ਨੂੰ ਧਰਤੀ 'ਤੇ ਲਿਆਉਣ ਲਈ ਮੰਨ ਗਏ। ਉਸੇ ਵੇਲੇ ਉਹਨਾਂ ਨੇ ਆਪਣੀਆਂ ਜਟਾਂ ਭਾਵ ਲੰਬੇ ਵਾਲ ਖਿਲਾਰ ਲਈਆਂ ਅਤੇ ਤ੍ਰਿਸ਼ੂਲ ਕੱਢ ਕੇ ਉਸ ਨਾਲ ਆਪਣਾ ਡਮਰੂ ਟੰਗ ਦਿੱਤਾ ਅਤੇ ਸਮਾਧੀ ਲਾ ਕੇ ਬੈਠ
ਗਏ। ਬ੍ਰਹਮਾ ਜੀ ਨੇ ਕਰਮੰਡਲ ਵਿੱਚੋਂ ਗੰਗਾ ਨੂੰ ਛੱਡ ਦਿੱਤਾ। ਗੰਗਾ ਤੇਜ਼ ਵੇਗ ਨਾਲ ਧਰਤੀ 'ਤੇ ਉਤਰਨ ਲੱਗੀ। ਇਸ ਤੋਂ ਪਹਿਲਾਂ ਕਿ ਗੰਗਾ ਧਰਤੀ 'ਤੇ ਉਤਰਦੀ, ਸ਼ਿਵ ਜੀ ਨੇ ਉਸ ਨੂੰ ਆਪਣੀਆਂ ਜਟਾਂ ਵਿੱਚ ਕੈਦ ਕਰ ਲਿਆ। ਪਰੰਤੂ ਰਾਜਾ ਭਗੀਰਥ ਦੀ ਮੰਗ ਹੁੰਦਾ ਇੱਛਾ, ਹਾਲੇ ਵੀ ਪੂਰੀ ਨਹੀਂ ਸੀ ਹੋਈ। ਉਸਨੇ ਸ਼ਿਵ ਭੋਲੇ ਨੂੰ ਗੰਗਾ ਧਰਤੀ 'ਤੇ ਛੱਡਣ ਲਈ ਕਿਹਾ। ਸ਼ਿਵ ਜੀ ਨੇ ਆਪਣੇ ਵਾਲਾਂ ਦੀ ਇੱਕ ਲੱਟ ਖੋਲ੍ਹ ਦਿੱਤੀ ਅਤੇ ਗੰਗਾ ਇੱਕ ਨਦੀ ਦੇ ਰੂਪ ਵਿੱਚ ਧਰਤੀ ਵੱਲ ਚੱਲ ਪਈ। ਕਹਿੰਦੇ ਹਨ ਕਿ ਭਗੀਰਥ ਅੱਗੇ ਅੱਗੇ ਤੁਰਿਆ ਗਿਆ ਅਤੇ ਗੰਗਾ ਇੱਕ ਨਦੀ ਦੇ ਰੂਪ ਵਿੱਚ ਉਸਦੇ ਪਿੱਛੇ ਪਿੱਛੇ ਤੁਰਦੀ ਗਈ। ਆਖਰ ਵਿੱਚ ਉਹ ਹਰਿਦੁਆਰ ਪਹੁੰਚ ਗਈ। ਹਰਿਦੁਆਰ ਤੋਂ ਪ੍ਰਯਾਗ ਅਤੇ ਉੱਥੋਂ ਕਲਪ ਮੁਨੀ ਦੇ ਆਸ਼ਰਮ ਪੁੱਜੀ, ਜਿੱਥੋਂ ਇਹ 60,000 ਆਦਮੀਆਂ ਦੀ ਸਵਾਹ ਹੁੰਦੀ ਹੈ ਰਾਖ ਲੈ ਕੇ ਸਮੁੰਦਰ ਵਿੱਚ ਜਾ ਪਈ। ਪਿਆਰੇ ਬੱਚਿਓ, ਤਦ ਤੋਂ ਗੰਗਾ ਧਰਤੀ 'ਤੇ ਵਹਿ ਰਹੀ ਹੈ। ਤਦ ਤੋਂ ਹੀ ਹਿੰਦੂ ਲੋਕ ਕਿਸੇ ਆਪਣੇ ਸੰਬੰਧੀ ਹੁੰਦੇ ਬੇਟੇ ਰਿਸ਼ਤੇਦਾਰ, ਕੋਈ ਆਪਣਾ ਸਕਾ ਦੇ ਮਰਨ 'ਤੇ ਉਹਨਾਂ ਦੀਆਂ ਅਸਥੀਆਂ ਸੜ ਚੁੱਕੀਆਂ ਹੱਡੀਆਂ ਗੰਗਾ ਵਿੱਚ ਵਹਾਉਣ ਲਈ ਹਰਿਦੁਆਰ, ਇਲਾਹਾਬਾਦ, ਬਨਾਰਸ ਆਦਿ ਜਾਂਦੇ ਹਨ। ਤਦ ਤੋਂ ਹੀ ਇਹਨਾਂ ਥਾਵਾਂ 'ਤੇ ਕੁੰਭ ਆਦਿ ਦੇ ਭਾਰੀ ਮੇਲੇ ਲੱਗਦੇ ਹਨ ਅਤੇ ਲੋਕ ਇਸ ਵਿੱਚ ਇਸ਼ਨਾਨ ਕਰਕੇ ਆਪਣੇ ਆਪ ਨੂੰ ਧਨ ਸਮਝਦੇ। ਧਨ ਸਮਝਣ ਦਾ ਮਤਲਬ ਕਿਸਮਤ ਵਾਲੇ ਸਮਝਣਾ ਹਨ। ਮੈਡਮ ਜੀ, ਗੰਗਾ ਨਦੀ ਦਾ ਪਾਣੀ ਸਾਡੇ ਹੋਰ ਕਿਹੜੇ ਕੰਮ ਆਉਂਦਾ ਹੈ? ਰਘਵੀਰ, ਜੋ ਕਿ ਇੱਕ ਕਿਸਾਨ ਦਾ ਬੇਟਾ ਸੀ, ਨੇ ਪੁੱਛਿਆ। ਪਿਆਰੇ ਬੱਚਿਓ, ਰਘਵੀਰ ਨੇ ਬਹੁਤ ਵਧੀਆ ਸਵਾਲ ਪੁੱਛਿਆ ਹੈ। ਰਘਵੀਰ ਬੇਟਾ, ਗੰਗਾ ਆਪਣੇ ਪਾਣੀ ਨਾਲ ਕਿਸਾਨਾਂ ਦੇ ਖੇਤਾਂ ਨੂੰ ਸਿੰਜ ਰਹੀ ਹੈ, ਜਿਸ ਨਾਲ ਖੇਤਾਂ ਵਿੱਚੋਂ ਮਣਾ ਮੂੰਹੀ ਅਨਾਜ ਪੈਦਾ ਹੋ ਰਿਹਾ ਹੈ। ਗੰਗਾ ਨਦੀ ਨਾਲ ਲੋਕਾਂ ਦੀਆਂ ਸਿਰਫ ਧਾਰਮਿਕ ਭਾਵਨਾਵਾਂ ਹੀ ਨਹੀਂ ਜੁੜੀਆਂ ਹੋਈਆਂ, ਬਲਕਿ ਆਪਣੇ ਪਾਣੀ ਨਾਲ ਲੋਕਾਂ ਦੀਆਂ ਜ਼ਰੂਰਤਾਂ ਵੀ ਪੂਰੀਆਂ ਕਰ ਰਹੀ ਹੈ। ਮੈਡਮ ਜੀ, ਅਖਬਾਰਾਂ ਵਿੱਚ ਅਕਸਰ ਪੜ੍ਹੀਦਾ ਹੈ ਕਿ ਗੰਗਾ ਗੰਦੀ ਹੋ ਰਹੀ ਹੈ, ਉਹ ਕਿਵੇਂ? ਨੀਤਾ ਬੋਲੀ। ਨੀਤਾ, ਤੁਸੀਂ ਬਿਲਕੁਲ ਠੀਕ ਸਵਾਲ ਪੁੱਛਿਆ ਹੈ। ਅਖਬਾਰਾਂ ਬਿਲਕੁਲ ਠੀਕ ਆਖ ਰਹੀਆਂ ਹਨ। ਅਸੀਂ ਆਪਣੇ ਸਵਾਰਥ ਲਈ ਇਸ ਨਦੀ ਵਿੱਚ ਕਾਰਖਾਨਿਆਂ ਦਾ ਤੇਜ਼ਾਬੀ ਪਾਣੀ ਸੁੱਟ ਰਹੇ ਹਾਂ। ਇਸ ਦੇ ਕੰਢਿਆਂ 'ਤੇ ਕੂੜਾ ਕਰਕਟ, ਗੰਦ ਮੰਦ ਸੁੱਟਦੇ ਰਹਿੰਦੇ ਹਾਂ, ਜੋ ਬਰਸਾਤ ਹੋਣ 'ਤੇ ਇਸ ਵਿੱਚ ਰੁੜ ਕੇ ਚਲਾ ਜਾਂਦਾ ਹੈ। ਇਸ ਨਾਲ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਮਤਲਬ ਦਿਲ ਦਿਖਾਉਣਾ ਤਾਂ ਪੁੱਜਦੀ ਹੀ ਹੈ। ਉਸ ਦੇ ਨਾਲ ਜੀਵ ਜੰਤੂ ਜੋ ਤੇਜ਼ਾਬੀ ਪਾਣੀ ਪੀਂਦੇ ਹਨ, ਵੱਡੇ ਪੱਧਰ 'ਤੇ ਮਰ ਰਹੇ ਹਨ। ਸੋ ਲੋੜ ਹੈ ਸਾਨੂੰ ਇਸ ਨੂੰ ਸਾਫ਼ ਰੱਖਣ ਦੀ। ਇਸ ਲਈ ਅਸੀਂ ਸਾਫ਼ ਤਦ ਹੀ ਰੱਖ ਸਕਾਂਗੇ ਜੋ ਆਪਣਾ ਇਖਲਾਕੀ ਇਨਸਾਨੀ ਫਰਜ਼ ਸਮਝਦੇ ਹੋਏ ਕੂੜਾ ਕਰਕਟ ਇਸ ਵਿੱਚ ਨਾ ਸੁੱਟੀਏ। ਮੈਡਮ ਜੀ ਕੋਲੋਂ ਗੰਗਾ ਨਦੀ ਦੀ ਕਹਾਣੀ ਸੁਣ ਕੇ ਸਭ ਬੱਚੇ ਖੁਸ਼ ਹੋ ਗਏ। ਬੇਟਾ, ਇਹ ਤੁਹਾਡਾ ਪਾਠ ਸੀਗਾ। ਇਸ ਤੋਂ ਬਾਅਦ ਔਖੇ ਸ਼ਬਦਾਂ ਦੇ ਅਰਥ ਅਤੇ ਔਖੇ ਸ਼ਬਦ ਤੁਸੀਂ ਆਪਣੀ ਕਾਪੀ 'ਤੇ ਨੋਟ ਕਰ ਲਿਓ। ਓਕੇ ਬੇਟਾ, ਥੈਂਕ ਯੂ।